ਤਾਂ ਉਧਰ ਨੌਕਰੀ ਦੇ ਉੱਪਰ ਭਾਰੀ ਪੈ ਰਿਹਾ ਕੋਰੋਨਾ ਦਾ ਤਣਾਅ। ਜੀ ਹਾਂ, 4 ਦਿਨ ਦੇ ਵਿੱਚ 4 ਸਰਕਾਰੀ ਡਾਕਟਰਾਂ ਦਾ ਅਸਤੀਫਾ। ਬਠਿੰਡਾ ਦੇ ਮੁਕਤਸਰ ਦੇ ਵਿੱਚ ਤੈਨਾਤ ਸਨ 4 ਡਾਕਟਰ ਜਿਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ। ਡਾਕਟਰ ਜਯੰਤ ਅਗਰਵਾਲ ਅਤੇ ਰਮਨਦੀਪ ਗੋਇਲ ਦਾ ਅਸਤੀਫਾ। ਉਸ ਤੋਂ ਬਿਨਾਂ ਡਾਕਟਰ ਰਾਜੀਵ ਜੈਨ ਅਤੇ ਡਾਕਟਰ ਦੀਪਕ ਗੁਪਤਾ ਨੇ ਵੀ ਨੌਕਰੀ ਛੱਡ ਦਿੱਤੀ ਹੈ। ਕੰਮ ਦੇ ਦਬਾਅ ਕਾਰਨ ਨੌਕਰੀ ਛੱਡਣ ਦੇ ਕਿਆਸ ਲਗਾਏ ਜਾ ਰਹੇ ਨੇ। ਡਾਕਟਰਾਂ ਦਾ ਅਸਤੀਫਾ ਬੇਹੱਦ ਮੰਦਭਾਗਾ ਹੈ। ਜਦੋਂ ਇਹ ਮਾਮਲਾ ਸੀਐਮਓ ਦੇ ਕੋਲ ਗਿਆ, ਉਹਨਾਂ ਨੇ ਕਿਹਾ ਕਿ ਇਸ ਵੇਲੇ ਡਾਕਟਰਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਔਰ ਅਜਿਹੀ ਸਥਿਤੀ ਦੇ ਵਿੱਚ ਡਾਕਟਰਾਂ ਵੱਲੋਂ ਅਸਤੀਫਾ ਦੇਣਾ ਆਪਣੇ ਆਪ ਦੇ ਵਿੱਚ ਮੰਦਭਾਗਾ। ਤੁਹਾਨੂੰ ਦੱਸ ਦਈਏ, ਕੋਰੋਨਾ ਕਾਲ ਦੇ ਵਿੱਚ ਇਸ ਵੇਲੇ ਡਾਕਟਰਾਂ ਦੀ ਵੱਡੇ ਪੱਧਰ ਤੇ ਲੋੜ ਹੈ, ਖਾਸ ਕਰਕੇ ਜਿਸ ਤਰੀਕੇ ਦੇ ਨਾਲ ਜਿਹੜੇ ਹਾਲਾਤ ਬਠਿੰਡਾ ਦੇ ਵਿੱਚ ਬਣੇ ਹੋਏ ਨੇ, ਉਸ ਬੈਲਟ ਦੇ ਵਿੱਚ ਬਣੇ ਹੋਏ ਨੇ, ਉੱਥੇ ਡਾਕਟਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਰ ਅਜਿਹੀ ਸਥਿਤੀ ਦੇ ਵਿੱਚ 4 ਡਾਕਟਰਾਂ ਦੇ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਅਸਤੀਫਾ ਦੇ ਦਿੱਤਾ ਗਿਆ, ਜਿਹੜੀ ਕਿ ਬੜੀ ਮੰਦਭਾਗੀ ਖਬਰ ਹੈ। ਕਾਰਨ ਇਹਦਾ ਇਹੀ ਸੀ ਕਿ ਪੇਸ਼ੈਂਟ ਲੋਡ ਐਕਚੁਅਲੀ ਕਾਫੀ ਵੱਧ ਗਿਆ ਸੀ ਪਿਛਲੇ ਸਾਲ ਤੋਂ, ਤੇ ਪੇਸ਼ੈਂਟ ਲੋਡ ਜ਼ਿਆਦਾ ਹੋਣ ਕੇ ਮੈਂਟਲ ਸਟ੍ਰੈਸ ਬਹੁਤ ਜ਼ਿਆਦਾ ਸੀਗਾ। ਇਸ ਕਰਕੇ ਪੇਸ਼ੈਂਟ ਜ਼ਿਆਦਾ ਹੋਣ ਕਰਕੇ ਮੈਂ ਟਾਈਮ ਨਹੀਂ ਦੇ ਪਾ ਸਕਦਾ ਪੇਸ਼ੈਂਟ ਬੜੇ ਖਰਾਬ ਹੋ ਰਹੇ ਸੀਗੇ। ਫਿਰ ਮੈਂ ਇਹ ਸੋਚਿਆ ਕਿ ਰਿਜ਼ਾਈਨ ਕਰਕੇ ਆਪਦਾ 24 ਆਵਰ ਸਟਾਰਟ। ਤਾਂ 4 ਦਿਨਾਂ ਦੇ ਵਿੱਚ 4 ਡਾਕਟਰਾਂ ਨੇ ਅਸਤੀਫਾ ਦਿੱਤਾ। ਇਸ ਖਬਰ ਤੇ ਗੱਲਬਾਤ ਕਰਦੇ ਆਪਣੇ ਨੇ ਸਾਡੇ ਸਹਿਯੋਗੀ ਸੂਰਜ ਪਾਨ ਜੋੜ ਰਹੇ ਨੇ। ਸੂਰਜ, ਜਿਸ ਤਰੀਕੇ ਦੇ ਨਾਲ ਕੋਰੋਨਾ ਨੇ ਪੈਰ ਪਸਾਰੇ ਹੋਏ ਨੇ ਔਰ ਆਏ ਘੰਟੇ ਜਿਹੜੀ ਮੌਤਾਂ ਦੀ ਜਿਹੜੀ ਰੇਸ਼ੋ ਵੱਧ ਰਹੀ ਹੈ, ਜਿਸ ਸਥਿਤੀ ਦੇ ਵਿੱਚ ਜਿੱਥੇ ਕਿ ਡਾਕਟਰਾਂ ਦੀ ਲੋੜ ਆ ਔਰ ਵਲੰਟੀਅਰਲੀ ਲੋਕ ਕੰਮ ਕਰਨਾ ਚਾਹੁੰਦੇ ਨੇ, ਪਰ ਅਜਿਹੀ ਸਥਿਤੀ ਦੇ ਵਿੱਚ 4 ਸਰਕਾਰੀ ਡਾਕਟਰਾਂ ਦੇ 4 ਦਿਨਾਂ ਦੇ ਵਿੱਚ ਅਸਤੀਫੇ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਤਾਂ ਖੜੇ ਹੁੰਦੇ ਨੇ। ਔਰ ਨਾਲ ਹੀ ਇਸ ਸਮੇਂ ਜਿਸ ਸਮੇਂ ਡਾਕਟਰਾਂ ਦੀ ਲੋੜ ਹੈ, ਡਾਕਟਰਾਂ ਨੂੰ ਰੱਬ ਦੇ ਬਰਾਬਰ ਦੇਖਿਆ ਜਾ ਰਿਹਾ ਔਰ ਇੱਕ ਮਾਤਰ ਆਸ ਡਾਕਟਰ ਹੀ ਨੇ, ਜਿਸ ਸਥਿਤੀ ਦੇ ਵਿੱਚ ਅਸਤੀਫਾ ਦੇਣਾ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਔਰ ਇਸ ਪੂਰੇ ਮਾਮਲੇ ਦੇ ਵਿੱਚ ਕੀ ਜਾਣਕਾਰੀ ਹੈ? देखो जो हुण तक की गल की जाए तो टोटल 4 डॉक्टर ने जिहड़े सरकारी हॉस्पिटल दे विच तैनात सी, 4 ने रिजाइन ड्यूटी तो कर दिता है, जिस दे विच 3 डॉक्टर ने बठिंडा के सरकारी हॉस्पिटल दे विच तैनात ने और 1 डॉक्टर नाल वाले जिले मुक्तसर के गिद्धरबाह मंडी दे विच है। तां करके 4 डॉक्टरां ने अपने आप दे विच सवाल खड़े हो रहे हैं कि आखिरकार इस तरह के हालातों के डॉक्टर अस्तीफा क्यों दे रहे हैं। हालांकि जिस तरह सानू सोर्स के हवाले तो खबर मिली, जिस दे विच कुछ डॉक्टरों ने निजी प्रैक्टिस है जिहड़ी हॉस्पिटलों के करनी शुरू कर दी, पर इस तरह के हालातों के डॉक्टरी मैदान छड्ड के भजणगे तो आम लोगों का मनोबल कितना डिगेगा। इसे गल की पुष्टि है जी सिविल सर्जन बठिंडा ने भी की। उन्होंने कहा कि युद्ध वर्गे हालात होंदे जाते जा रहे हैं, तो इस डॉक्टरी लड़ाई ना लड़नगे तो आम लोगों तो की उम्मीद कर सकते, आम लोगों का धैर्य किवें वधा सकते हैं। तां करके 4 डॉक्टरों ने रिजाइन किया अपनी ड्यूटी के उपर और पिछले 4 दिनों की यह खबर है। हालांकि 2 जिलों की गल कर रहा, होर जिलों के इस तरह की खबर हो सकती है, पर किते ना किते जाके जो जंग के विचों डॉक्टर भजन लग जाएंगे तो तुसीं समझ सकते हो कि हालात की हो सकते हैं। भुल्लर बिल्कुल सूरज, तो जिस तरीके ਨਾਲ ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਨੇ ਨਿੱਜੀ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ, ਪਰ ਜੇਕਰ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਹੋਣਾ, ਕੀ ਵਜ੍ਹਾ ਕੀ ਸੀ 4 ਡਾਕਟਰਾਂ ਦੇ ਇਸ ਤਰੀਕੇ ਦੇ ਨਾਲ? ਕਿ ਕੋਰੋਨਾ ਦੇ ਡਰ ਤੋਂ ਜਾਂ ਫਿਰ ਕੋਈ ਹੋਰ ਵਜ੍ਹਾ ਸੀਗੀ ਇਸ ਤੋਂ ਬਿਨਾਂ? देखो डॉक्टर जैन के नाल मेरी गलबात हुई, गिद्धरबाह तैनात ने। हालांकि वो कह रहे कि स्ट्रैस बहुत ज्यादा सीगा, उसकी ड्यूटी सी नाल वाले 100 किलोमीटर हॉस्पिटल दे विच ला दी सी, आउण जाण मुश्किल सी, पेशेंटां नूं मुश्किल आ रही सी। वो कह रहे सी स्ट्रैस बहुत ज्यादा है, तां करके उन्होंने रिजाइन कर दिता। हालांकि उन्होंने रिजाइन अज तो कुछ महीने पहला भी करने की कोशिश की थी। हालांकि अच्छा खासा रुतबा डॉक्टर जैन का गिद्धरबाह दे विच। बिल्कुल बिल्कुल सूरज, तू साडे नाल बनो, साडे नाल इस वेले सीएम बठिंडा डॉक्टर तेजवंत सिंह संधू जुड़ रहे हैं। डॉक्टर साहब, स्वागत है न्यूज़ 18 पंजाब के उपर। जिस तरीके दे नाल बठिंडा दे विच कोरोना ने हाहाकार मचाया और जिन्नियां मौतां हो चुकियां ने, जिस दे विच डॉक्टर ही एक आखिरी आस बचदे ने, पर 4 डॉक्टरां दे इस्तीफे इस तरीके नाल देना किस तरीके नाल देखदे तुसीं? देखो मेरे को 2 डॉक्टरों का पता है, डॉक्टर जयंत ते रमनदीप का। अजे एक दा किसी का एक्सेप्टेंस किसी दी नहीं हुई, उन्होंने सर डॉक्यूमेंट पहुंचे ने। बाकी दे आर जस्ट लीविंग फॉर ग्रीनर पास्चर्स। यू नो व्हाट आर ग्रीनर पास्चर्स? नहीं सर, आपदे फायदा लई जी, जो जिन्ना टाइम उन्होंने इत्थे हेल्थ तो सारा काम सीखिया, जाके सारे आपदे सेंटर खोली जांदे ने कमाई करने वास्ते। तो डॉक्टर साहब, सीएम साहब, जिस तरीके के हालात बने हुए ने और फर्स्ट प्रायोरिटी डॉक्टरां दी है कि जान बचाउण लोकां दी, और अजिही स्थिति दे विच डॉक्टर छड्ड के जांदा तां लगदा कि कोई कार्रवाई करनी बनदी है। मेरे हिसाब नाल देखो तो उत्ते सोचना भी असीं कहण से भी इन्हां नूं आप ही इन्हां दी सोशल रिस्पोंसिबिलिटी बनदी है। नहीं, अगर सोशल रिस्पोंसिबिलिटी हुंदी तां शायद इस्तीफा ना ही दिंदे। पता नहीं हुंदे तां स्टेट गवर्नमेंट ने कॉल लेनी, असीं तां जे इस्तीफे किसी दे एक्सेप्ट नहीं होए ਉਹ ਤਾਂ ਉੱਤੇ ਭੇਜਾਂਗੇ। ਨਹੀਂ, ਅਸਤੀਫੇ ਅਸੈਪਟ ਨਹੀਂ ਹੋਏ, ਪਰ ਕੀ ਉਹ ਆਪਣੀ ਡਿਊਟੀ ਤੇ ਹੈਗੇ ਨੇ ਜਾਂ ਉੱਥੇ ਨਹੀਂ ਆ ਰਹੇ? ਅਸਤੀਫਾ ਪਾ ਕੇ ਆਪਣਾ ਰਿਜ਼ਾਈਨ ਕਰਤਾ ਉਹਨਾਂ ਨੇ? ਅਸਤੀਫਾ ਦੇ ਕੇ ਚਲੇ ਗਏ, 2 ਜਣੇ ਦੇ ਕੇ ਗਏ ਜੀ, 2 ਜਣੇ ਦੇ ਕੇ ਗਏ ਨੇ, ਅਜੇ 1 ਜਣਾ ਦੇ ਕੇ ਗਿਆ ਆਫੀਸ਼ੀਅਲੀ।
ਦੂਜਾ ਨਹੀਂ ਜੀ ਸਾਡੇ ਕੋਲ। ਇਹ ਜਿਹੜੀ ਇਹ ਪੂਰੇ ਅਸਤੀਫੇ ਦਿੱਤੇ ਡਾਕਟਰਾਂ ਦੇ ਵੱਲੋਂ, ਕੀ ਤੁਸੀਂ ਇਸ ਦਾ ਉੱਪਰ ਵਿਭਾਗ ਨੂੰ, ਸਿਹਤ ਵਿਭਾਗ ਨੂੰ ਉੱਪਰ ਜਾਂ ਚੰਡੀਗੜ੍ਹ ਦਫ਼ਤਰ ਦੇ ਵਿੱਚ ਤੁਸੀਂ ਇਨਫੋਰਮ ਕਰਤਾ ਉੱਪਰ ਵੀ ਇਸ ਤਰੀਕੇ ਦੇ ਹਾਲਾਤ ਨੇ ਔਰ ਡਾਕਟਰ ਰਿਜ਼ਾਈਨ ਕਰ ਰਹੇ ਨੇ? ਉਹਨਾਂ ਨੇ ਇਨਫੋਰਮ ਕਰਤਾ। ਸਾਡੇ ਕੋਲ ਅਜੇ ਮੇਰੇ ਕੋਲ ਲਿਖਤੀ ਕਿਸੇ ਦਾ 1 ਜਣੇ ਦਾ ਅਸਤੀਫਾ ਪਹੁੰਚਿਆ, ਉਹ ਅਸੀਂ ਉੱਥੇ ਭੇਜਤਾ ਜੀ। ਦੂਜੇ ਦਾ ਸਾਡੇ ਕੋਲ ਕੋਈ ਨਹੀਂ ਪਹੁੰਚਿਆ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਨਿਊਜ਼ 18 ਪੰਜਾਬ ਦੇ ਨਾਲ ਜੁੜਨ ਲਈ। ਤਾਂ ਇਸ ਡਾਕਟਰ ਤੇਜਵੰਤ ਸਿੰਘ ਸੰਧੂ ਜਿਹੜੇ ਕਿ ਸੀਐਮਓ ਬਠਿੰਡਾ ਨੇ ਦੱਸਿਆ ਕਿ ਸਿਰਫ ਇੱਕ ਡਾਕਟਰ ਦਾ ਹੀ ਲਿਖਤੀ ਰੂਪ ਦੇ ਵਿੱਚ ਅਸਤੀਫਾ ਆਇਆ ਸੀ, ਜਿਸ ਨੂੰ ਕਿ ਹਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ ਔਰ ਵਿਭਾਗ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ। ਔਰ ਨਾਲ ਹੀ ਵੱਡਾ ਜ਼ਿਕਰ ਕੀਤਾ ਡਾਕਟਰ ਸੀਐਮਓ ਬਠਿੰਡਾ ਨੇ ਕਿ ਇਹ ਸਿਰਫ ਆਪਣੇ ਜਿਹੜੇ ਫਾਇਦੇ ਦੇ ਲਈ ਇਹਨਾਂ ਨੇ ਸਰਕਾਰੀ ਹਸਪੀਟਲ ਦੇ ਵਿੱਚ ਨੌਕਰੀ ਕੀਤੀ ਸੀ। ਪੂਰਾ ਜਦੋਂ ਕੰਮ ਸਿੱਖ ਗਏ, ਕੰਮ ਸਿੱਖਣ ਤੋਂ ਬਾਅਦ ਠੀਕ ਉਸ ਵੇਲੇ ਜਦੋਂ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਉਸ ਵੇਲੇ ਇਹ ਹੁਣ ਰਿਜ਼ਾਈਨ ਕਰ ਰਹੇ ਨੇ। ਤਾਂ ਉਹਨਾਂ ਨੇ ਸੰਬੰਧਿਤ ਵਿਭਾਗ ਨੂੰ ਵੀ ਜਿਹੜੀ ਹੈ ਉਹ ਅੱਗੇ ਜਾਣਕਾਰੀ ਪਹੁੰਚਾ ਦਿੱਤੀ ਹੈ। ਹੁਣ ਅੱਗੇ ਵਿਭਾਗ ਕੀ ਕਾਰਵਾਈ ਕਰਦਾ ਹੈ ਵੀ ਦੇਖਣਾ ਹੋਵੇਗਾ। ਤਾਂ ਉਧਰ ਕੋਰੋਨਾ ਕਾਲ ਦੇ ਵਿੱਚ ਜਲੰਧਰ ਲੋਕਾਂ ਦੀ ਵੱਡੀ ਉਮੀਦ ਬਣਿਆ ਹੋਇਆ। ਜੀ ਹਾਂ, ਇਲਾਜ ਦੇ ਲਈ ਨਾ ਕੇਵਲ ਸੂਬੇ ਤੋਂ ਬਲਕਿ ਬਾਹਰੀ ਸੂਬਿਆਂ ਤੋਂ ਵੀ ਜਿਹੜੇ ਮਰੀਜ਼ ਨੇ ਉਹ ਜਲੰਧਰ ਆ ਰਹੇ ਨੇ, ਜਿਸ ਦੇ ਵਿੱਚ ਦਿੱਲੀ, ਰਾਜਸਥਾਨ, ਹਰਿਆਣਾ, ਯੂਪੀ ਦੇ ਮਰੀਜ਼ ਸ਼ਾਮਿਲ ਨੇ। ਵਧੀਆ ਸਿਹਤ ਸਹੂਲਤਾਂ ਲਈ ਲੋਕ ਜਿਹੜੇ ਮਰੀਜ਼ ਨੇ ਉਹ ਬਾਹਰੀ ਸੂਬਿਆਂ ਤੋਂ ਜਲੰਧਰ ਆ ਰਹੇ ਨੇ। ਐਂਬੂਲੈਂਸ ਵਾਲੇ ਮਰੀਜ਼ਾਂ ਦੀ ਲਗਾਤਾਰ ਇੱਥੇ ਕੇਅਰ ਹੋ ਰਹੀ ਹੈ। ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇ ਉਹ ਜਲੰਧਰ ਆ ਰਹੇ ਨੇ, ਜਿਸ ਦੇ ਵਿੱਚ ਬਾਕੀ ਸਟੇਟਾਂ ਦੇ ਵਿੱਚੋਂ ਦਿੱਲੀ, ਰਾਜਸਥਾਨ, ਹਰਿਆਣਾ, ਯੂਪੀ ਹੋਰ ਸਟੇਟਾਂ ਨੇ ਉਹ ਰਾਜ ਨੇ ਜਿੱਥੋਂ ਕਿ ਮਰੀਜ਼ ਜਿਹੜੇ ਨੇ ਉਹ ਵਧੀਆ ਕੇਅਰ ਦੇ ਲਈ, ਵਧੀਆ ਇਲਾਜ ਦੇ ਲਈ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਆ ਰਹੇ ਨੇ ਔਰ ਲਗਾਤਾਰ ਉਹਨਾਂ ਦਾ ਆਉਣਾ ਜਾਰੀ ਹੈ ਔਰ ਇੱਥੇ ਉਹਨਾਂ ਦਾ ਸਹੀ ਢੰਗ ਦੇ ਨਾਲ ਇਲਾਜ ਵੀ ਚੱਲ ਰਿਹਾ। ਇਸ ਦੇ ਕਰਕੇ ਇੱਥੇ ਆ ਰਹੇ ਨੇ, ਇਹ ਕਹਿ ਰਹੇ ਨੇ ਮਰੀਜ਼ਾਂ ਦੇ ਰਿਸ਼ਤੇਦਾਰ। ਤਾਂ ਜਲੰਧਰ ਵੱਡੀ ਉਮੀਦ ਬਣਿਆ ਹੋਇਆ ਉਹਨਾਂ ਲੋਕਾਂ ਦੇ ਲਈ, ਖਾਸ ਤੌਰ ਤੇ ਬਾਹਰੀ ਸੂਬਿਆਂ ਦੇ ਲਈ ਜਿਨ੍ਹਾਂ ਨੂੰ ਇੱਕ ਬੜੀ ਉਮੀਦ ਹੈ ਇਸ ਕਰੋਨਾ ਕਾਲ ਦੇ ਵਿੱਚ, ਉਹ ਜਿਹੜੇ ਆਪਣਾ ਇਲਾਜ ਕਰਾਉਣ ਦੇ ਲਈ ਜਲੰਧਰ ਪਹੁੰਚ ਰਹੇ ਨੇ। जी, बेड ना मिलना, ऑक्सीजन ना मिलना, यहाँ से वहाँ भागते रहे हम। अल्टीमेटली उनके लिए बेड मिल गया था, लेकिन आई गेस वी वर टू लेट। फिर 26 तारीख को जब मैंने उनके बाकी सारे सेरेमनीज पूरी करी तो मेरी खुद की तबीयत और थोड़ी बिगड़ गई जी। मेरा बुखार उतर नहीं रहा था और शाम को जब हमें लगा कि थोड़ा सा ये सिचुएशन ठीक नहीं है और दिल्ली में जो मैंने झेला था इस बीच जी तो हमने एज ए फैमिली डिसाइड किया, मेरे रिश्तेदार यहाँ पे हैं, कि हम जलंधर आ जाएं जी। और ये NHS हॉस्पिटल है यहाँ पे, जो कि बहुत ही अच्छा सुपर स्पेशलिटी हॉस्पिटल है जी, और यहाँ पे आके अपना इलाज कराएं। मैं जयपुर तो। अच्छा सर, तुसी जयपुर तो? हाँ जी। तो जयपुर तो तुसी इत्थे किवें आए फिर? सब तो दो कारण होते जी। सब तो बड़ा कारण सी कि असीं दोने इकल्ले सी उत्थे, ठीक है, देखभाल करने वाला नहीं सी जी। ਇੱਥੇ ਸਾਡਾ ਪੂਰਾ परिवार है जी, लॉज हैं, बड़े भाई हैं, बहनें हैं, तो देख रेख करने के लिए सब अवेलेबल हैं जी। और उससे भी बड़ा कारण एक और है जी, हमारे फादर इन लॉ जो 85 साल से भी उम्र से ज़्यादा हैं जी, वो यहाँ से कोरोना नेगेटिव होके गए वापस, वेरी गुड, जो एक बहुत बड़ा पॉइंट है, प्लस पॉइंट यहाँ हमारा आने का। जलंधर के बाहर से काफ़ी आसपास के सूबों से पेशेंट्स NHS हॉस्पिटल में आ रहे हैं कोविड के ट्रीटमेंट के लिए। और अब पीछे एक महीने से ये ट्रेंड बन गया कि दिल्ली से पेशेंट, जब से वहाँ पे प्रॉब्लम बढ़ी, ऑक्सीजन का क्राइसिस आया या लोगों को हॉस्पिटल में बेड नहीं मिले या मेडिसिन प्रॉपर नहीं मिल रही, तो लोगों ने पंजाब की तरफ आना शुरू किया। हमारे पास ऑलमोस्ट अब तक दिल्ली से जो है, दिल्ली मतलब पंजाब के बाहर से 45 पेशेंट्स जो हैं वो आ चुके हैं। लगातार जो है वो पेशेंट्स आ रहे हैं, दिल्ली नहीं, गुड़गांव, गाज़ियाबाद और इवन जयपुर से अभी हमारे पास रिसेंटली पेशेंट्स आए हैं। ਤਾਂ ਕਰੋਨਾ ਕਾਲ ਦੇ ਵਿੱਚ ਜਲੰਧਰ ਦੇ ਹਸਪੀਟਲ ਬਾਹਰੀ ਸੂਬਿਆਂ ਦੇ ਲੋਕਾਂ ਦੇ ਲਈ ਵੱਡੀ ਉਮੀਦ ਬਣੇ ਹੋਏ ਨੇ। ਇਸ ਖਬਰ ਤੇ ਗੱਲਬਾਤ ਕਰ ਸਾਡੇ ਸਹਿਯੋਗੀ ਗਰਾਊਂਡ ਜ਼ੀਰੋ ਜੁੜ ਰਹੇ ਨੇ ਸੁਰਿੰਦਰ ਕੰਬੋਜ ਜਲੰਧਰ ਤੋਂ। ਸੁਰਿੰਦਰ, ਤਾਂ ਜਿਸ ਤਰੀਕੇ ਦੇ ਨਾਲ ਕਰੋਨਾ ਨੇ ਆਪਣੇ ਪੈਰ ਪਸਾਰੇ ਹੋਏ ਨੇ, ਚਾਰੇ ਪਾਸੇ ਹਾਹਾਕਾਰ ਮਚਾਇਆ, ਅਜਿਹੀ ਸਥਿਤੀ ਦੇ ਵਿੱਚ ਜਲੰਧਰ ਦੇ ਹਸਪੀਟਲ ਨਾ ਕੇਵਲ ਸੂਬੇ ਤੇ ਬਲਕਿ ਬਾਹਰੀ ਰਾਜਾਂ ਦੇ ਲਈ ਵੀ ਇੱਕ ਨਵੀਂ ਉਮੀਦ, ਇੱਕ ਨਵੀਂ ਆਸ ਦੀ ਕਿਰਨ ਬਣੇ ਹੋਏ ਨੇ। ਜਾਣਨਾ ਚਾਹੁੰਦੇ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਔਰ ਕਿਉਂ ਲੋਕ ਬਾਹਰੀ ਸੂਬਿਆਂ ਤੋਂ ਜਲੰਧਰ ਦਾ ਰੁਖ ਕਰ ਰਹੇ ਨੇ? ਬਿਲਕੁਲ ਕੁਲਰਜੀਤ, ਜਿੱਦਾਂ ਕਿ ਕਰੋਨਾ ਕਾਲ ਜਦੋਂ ਦਾ ਸ਼ੁਰੂ ਹੋਇਆ ਹੈ ਤਾਂ ਜਦੋਂ ਦੀ ਪੀਕ ਫੜੀ ਹੋਈ ਹੈ ਇਸ ਮਹਾਮਾਰੀ ਨੇ, ਉਸ ਤੋਂ ਬਾਅਦ ਜਦੋਂ ਜਿਹੜੇ ਬਾਹਰੀ ਸੂਬਿਆਂ ਦੇ ਵਿੱਚ ਇਲਾਜ ਨੂੰ ਕਤੌਹੀ ਜਿਹੜੀ ਸੀਗੀ ਉਹ ਵਰਤੀ ਜਾ ਰਹੀ ਸੀ, ਜਾਂ ਕਿਸੇ ਨੂੰ ਮਰੀਜ਼ ਨੂੰ ਬੈੱਡ ਨਹੀਂ ਸੀ ਮਿਲ ਰਿਹਾ ਜਾਂ ਆਕਸੀਜਨ ਨਹੀਂ ਸੀ ਮਿਲ ਰਹੀ, ਤਾਂ ਉਹਨਾਂ ਨੇ ਜਲੰਧਰ ਦਾ ਰੁਖ ਕੀਤਾ। ਔਰ ਜਲੰਧਰ ਦੇ ਵਿੱਚ ਅਸੀਂ ਇਸ ਵੇਲੇ ਨਾਸਾ NHS ਹਸਪੀਟਲ ਦੇ ਵਿੱਚ ਮੌਜੂਦ ਹੈਗੇ ਹਾਂ ਔਰ ਡਾਕਟਰ
ਸ਼ੁਭਾਂਗ ਅਗਰਵਾਲ ਸਾਡੇ ਨਾਲ ਹੈਗੇ ਨੇ, ਔਰ ਇਹਨਾਂ ਨੇ ਦੱਸਿਆ ਵੀ ਅੱਜ ਤੱਕ ਸਾਡੇ ਕੋਲ 46 ਮਰੀਜ਼ ਜਿਹੜੇ ਸੀਗੇ ਕਰੋਨਾ ਦੇ ਉਹ ਪਹੁੰਚੇ ਨੇ, ਔਰ ਅੱਜ ਦੀ ਡੇਟ ਤੱਕ 21 ਮਰੀਜ਼ ਜਿਹੜੇ ਹੈਗੇ ਆ ਉਹ ਠੀਕ ਹੋ ਕੇ ਆਪਣੇ ਘਰ ਨੂੰ ਵੀ ਪਰਤ ਚੁੱਕੇ ਆ। ਡਾਕਟਰ ਸਾਹਿਬ ਨਾਲ ਹੀ ਗੱਲ ਕਰਦੇ ਆ। ਡਾਕਟਰ ਸਾਹਿਬ, ਕਿਵੇਂ ਦੇ ਪ੍ਰਬੰਧ ਹੈਗੇ ਨੇ, ਕਿਉਂ ਲੋਕ ਜਿਹੜੇ ਮਰੀਜ਼ ਹੈਗੇ ਕਰੋਨਾ ਦੇ ਇੱਥੇ ਦਾ ਰੁੱਖ ਕਰ ਰਹੇ ਜਲੰਧਰ ਦਾ? ਓਕੇ, ਮੋਸਟਲੀ ਜਿਹੜੇ ਪੇਸ਼ੈਂਟਸ ਬਾਹਰੋਂ ਆ ਰਹੇ ਆ ਉਹ ਮੇਨਲੀ ਦਿੱਲੀ ਦੇ ਪੇਸ਼ੈਂਟ ਹੈਗੇ ਆ। ਸੋ ਦਿੱਲੀ ਦੇ ਵਿੱਚ ਕਿਉਂਕਿ ਆਕਸੀਜਨ ਦੀ ਕਮੀ, ਬੈੱਡਸ ਦੀ ਜਿਹੜੀ ਹਸਪੀਟਲ ਬੈੱਡਸ ਦੀ ਅਵੇਲੇਬਿਲਿਟੀ ਨਹੀਂ ਹੈ ਔਰ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਰਹੇ ਹੈ। ਤੁਸੀਂ ਦੇਖਿਆ ਹੋਏਗਾ ਆਕਸੀਜਨ ਸੰਸਥਾ ਜਿਹੜੀ ਹੈਗੀ ਹੈ ਆਪਣਾ ਸੇਵਾ ਲੋਕ ਕਰ ਰਹੇ ਆ ਆਕਸੀਜਨ ਲੰਗਰ ਲਗਾ ਕੇ, ਬਟ ਖਾਲੀ ਆਕਸੀਜਨ ਜਿਹੜਾ ਹੈ ਉਹ ਇੱਕ ਟ੍ਰੀਟਮੈਂਟ ਨਹੀਂ ਹੈ ਹਸਪੀਟਲ ਦੇ ਵਿੱਚ। ਜਿਹਨੂੰ ਆਕਸੀਜਨ ਦੀ ਲੋੜ ਪੈ ਜਾਂਦੀ ਹੈ ਉਹਨੂੰ ਹਸਪੀਟਲ ਬੈੱਡ ਦੀ ਵੀ ਲੋੜ ਪੈਂਦੀ ਹੈ, ਮੈਡੀਸਿਨਸ ਦੀ ਵੀ ਲੋੜ ਪੈਂਦੀ ਹੈ। ਸੋ ਲੋਕ ਖਰਾਬ ਹੋਣ ਤੋਂ ਬਚਣ ਲਈ ਜਿਨ੍ਹਾਂ ਨੂੰ ਉੱਥੇ ਬੈੱਡ ਨਹੀਂ ਮਿਲਦਾ ਹੈ ਉਹ ਇੱਧਰ ਨੂੰ ਪੰਜਾਬ ਦੇ ਜਾਂ ਆਲੇ ਦੁਆਲੇ ਹਸਪੀਟਲਸ ਦੇ ਵਿੱਚ ਜਾ ਰਹੇ ਹੈ। NHS ਹਸਪੀਟਲ ਜਲੰਧਰ ਦੇ ਵਿੱਚ ਸਾਡੇ ਕੋਲ ਸਾਰੀ ਸੁਪਰ ਸਪੈਸ਼ਲਿਟੀ ਫੈਸਿਲਿਟੀਜ਼ ਇੱਥੇ ਅਵੇਲੇਬਲ ਹੈਗੀਆਂ, ਔਰ ਜਿਹੜੇ ਪੇਸ਼ੈਂਟਸ ਹੈਗੇ ਆ ਉਹ ਉੱਥੋਂ ਆ ਰਹੇ ਫॉर ਜਿਹੜੇ ਸਾਡੇ ਕੋਵਿਡ ਯੂਨਿਟ ਦੇ ਵਿੱਚ ਟ੍ਰੀਟਮੈਂਟ ਲੈਣ ਵਾਸਤੇ। ਇੱਥੇ ਆਕਸੀਜਨ ਜਿਹੜੀ ਹੈਗੀ ਹੈ ਸ਼ਾਰਟੇਜ ਪੰਜਾਬ ਦੇ ਵਿੱਚ ਵੀ ਹੈ, ਲੇਕਿਨ ਜਲੰਧਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਸਿਵਲ ਸਰਜਨ ਹੈਲਥ ਅਥਾਰਟੀਜ਼ ਨੇ ਸਾਰਿਆਂ ਨੇ ਹਸਪੀਟਲਸ ਦੇ ਨਾਲ ਮਿਲ ਕੇ ਬਹੁਤ ਹੀ ਟਾਈਟਲੀ ਕੰਟਰੋਲ ਕਰਕੇ ਆਕਸੀਜਨ ਦੀ ਵੇਸਟੇਜ ਨੂੰ ਰੋਕਿਆ, ਔਰ ਉਹਦੇ ਕਾਰਨ ਜਿਹੜੀ ਹੈਗੀ ਹੈ ਅਸੀਂ ਆਪਣੇ ਪੇਸ਼ੈਂਟਸ ਨੂੰ ਪ੍ਰੋਪਰ ਸਰਵਿਸ ਦੇ ਪਾ ਰਹੇ ਹਾਂ। ਔਰ ਇਸ ਕਰਕੇ ਲੋਕ ਜਿਹੜੇ ਹੈਗੇ NHS ਹਸਪੀਟਲ ਜਲੰਧਰ ਨੂੰ ਦਿੱਲੀੋਂ, ਜੈਪੁਰੋਂ, ਗਾਜ਼ੀਆਬਾਦ ਤੋਂ, ਫਰੀਦਾਬਾਦ ਤੋਂ ਜਿਹੜੇ ਹੈ ਪੇਸ਼ੈਂਟਸ ਆ ਰਹੇ। ਡਾਕਟਰ ਸਾਹਿਬ, ਇੱਕ ਹੋਰ ਚੀਜ਼ ਸਾਹਮਣੇ ਆਈ ਸੀ ਕਿ ਜਿਹੜੀ ਐਂਬੂਲੈਂਸ, ਪ੍ਰਾਈਵੇਟ ਐਂਬੂਲੈਂਸ ਵਾਲਿਆਂ ਨੇ ਕਾਫੀ ਰੇਟ ਚੱਕ ਦਿੱਤੇ ਹੋਏ ਸੀਗੇ। ਜਿੱਦਾਂ ਪਿਛਲੇ ਦਿਨੀ ਦਿੱਲੀ ਤੋਂ ਇੱਕ ਪੇਸ਼ੈਂਟ ਆਏ ਸੀ ਤੁਹਾਡੇ ਕੋਲ ਹੀ, ਉਹਨਾਂ ਨੇ 85,000 ਦੀ ਦੱਸਿਆ ਸੀ, 85,000 ਦੀ ਐਂਬੂਲੈਂਸ ਵਾਲਿਆਂ ਨੇ ਮੰਗ ਕੀਤੀ ਸੀ। ਜਦੋਂ ਪੇਸ਼ੈਂਟ ਤੁਹਾਡੇ ਕੋਲ ਇੱਥੇ ਆਂਦਾ ਹੈਗਾ ਜਾਂ ਤੁਸੀਂ ਆਪਣੀ ਐਂਬੂਲੈਂਸ ਭੇਜਦੇ ਜਾਂ ਕਿੱਦਾਂ ਸਫ਼ਰ ਹੋ ਏਦਾਂ ਦਿੱਲੀ ਦਾ ਇੱਥੇ ਤੱਕ ਤੈਅ ਕਰਦਾ? ਓਕੇ, ਸੋ ਮੋਸਟਲੀ ਜਿਹੜੇ ਲੋਕ ਦਿੱਲੀ ਤੋਂ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਓਵਰ ਚਾਰਜਿੰਗ ਐਂਬੂਲੈਂਸ ਜਿਹੜੀ ਹੈਗੀ ਉਹ ਕਰ ਰਹੀ। ਈਵਨ ਜਿਹੜੀ ਕ੍ਰਿਟੀਕਲ ਕੇਅਰ ਵਾਲੀ ਗੱਡੀਆਂ ਹੈਗੀਆਂ ਇੱਥੋਂ ਜਾਂਦੀਆਂ ਤੇ ਕਿਤੇ ਵੀ 25 ਤੋਂ 35,000 ਦੇ ਵਿੱਚ ਜਲੰਧਰੋਂ ਜਾ ਕੇ ਪੇਸ਼ੈਂਟ ਫੁੱਲ ਫੈਸਿਲਿਟੀ ਦੇ ਨਾਲ ਵਿਦ ਡਾਕਟਰ ਜਾਂ ਮੈਡੀਕਲ ਆਫਿਸਰ ਜਾਂ ਨਰਸ ਵਿਦ ਆਕਸੀਜਨ ਐਂਡ ਮੋਨੀਟਰਿੰਗ ਕਰਕੇ ਉਹਨਾਂ ਨੂੰ ਲੈ ਆਉਂਦੀ ਹੈ, ਜਦੋਂ ਕਿ ਉੱਥੋਂ ਜੇ ਗੱਡੀ ਕਰਕੇ ਆਉਂਦੇ ਆ 85 to 1 ਲੱਖ ਜਿਹੜਾ ਹੈ ਉਹਨਾਂ ਤੋਂ ਮੰਗਿਆ ਜਾ ਰਿਹਾ ਹੈ। ਸੋ ਜਲੰਧਰ ਦੇ ਵਿੱਚ ਤਾਂ ਹੁਣ ਰੇਟਸ ਰੈਗੂਲੇਟਡ ਹੋ ਗਏ ਹੈ ਪਿਛਲੇ 5-7 ਦਿਨ ਤੋਂ, ਉਸ ਤੋਂ ਵੀ ਸਸਤਾ ਹੋ ਗਿਆ। ਹੁਣ ਇੱਥੋਂ ਗੱਡੀ ਭੇਜਣਾ ਜਿਹੜਾ ਹੈ ਉਹਨਾਂ ਲਈ ਬਹੁਤ ਆਸਾਨ ਰਹਿੰਦਾ ਹੈ। ਲੇਕਿਨ ਜਿਹੜਾ ਪੇਸ਼ੈਂਟ ਜਿਹਦੇ ਕੋਲ ਟਾਈਮ ਘੱਟ ਹੈ, ਜਿਸ ਤਰ੍ਹਾਂ ਕਿ ਜਿਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਔਰ ਉਹਨੂੰ ਇਮੀਡੀਏਟਲੀ ਹਸਪੀਟਲ ਦੀ ਲੋੜ ਹੈਗੀ ਹੈ, ਉਹਦੇ ਵਾਸਤੇ ਅਸੀਂ ਇਹੀ ਸੁਜੈਸਟ ਕਰਦੇ ਹਾਂ ਕਿ ਜਿਹੜਾ ਉੱਥੋਂ ਇਮੀਡੀਏਟਲੀ ਮਿਲ ਜਾਏ ਉਹ ਲੈ ਕੇ ਤੁਸੀਂ ਇੱਥੇ ਆ ਜਾਓ। ਡਾਕਟਰ ਸਾਹਿਬ, ਇੱਕ ਹੋਰ ਚੀਜ਼ ਹੈਗੀ ਆ, ਜਿੱਦਾਂ ਪੇਸ਼ੈਂਟ ਆਉਂਦੇ ਹੈਗੇ ਆ ਔਰ ਹੋਰ ਕਿਸੇ ਜਿਹੜੇ ਕਿ ਜਲੰਧਰ ਦੇ ਕਾਫੀ ਵਿੱਚ ਹਸਪੀਟਲ ਹੈ, ਤੁਹਾਨੂੰ ਪਤਾ ਏਸ਼ੀਆ ਦੇ ਸਭ ਤੋਂ ਜ਼ਿਆਦਾ ਹਸਪੀਟਲ ਇਸ ਵੇਲੇ ਜਲੰਧਰ ਦੇ ਵਿੱਚ ਆ। ਟ੍ਰੀਟਮੈਂਟ ਦੀ ਗੱਲ ਕਰੀਏ, ਟ੍ਰੀਟਮੈਂਟ NHS ਹਸਪੀਟਲ ਦੀ ਟ੍ਰੀਟਮੈਂਟ ਜਿਹੜੀ ਹੈਗੀ ਆ ਉਹ ਬਾਰ-ਬਾਰ ਜਿਹੜੇ ਪੇਸ਼ੈਂਟ ਹੈਗੇ ਇੱਥੇ ਨਾਸਾ ਦਾ ਰੁੱਖ ਕਰਦੇ ਹੈਗੇ, ਇਹਦੀ ਕੀ ਖਾਸੀਅਤ ਹੈਗੀ ਆ ਨਾਸਾ ਦੇ ਵਿੱਚ ਵੀ ਜਿਹੜੇ ਪੇਸ਼ੈਂਟ ਸਿਰਫ ਇਸੇ ਹਸਪੀਟਲ ਦਾ ਹੀ ਰੁੱਖ ਕਰਦੇ ਜ਼ਿਆਦਾ? ਓਕੇ, ਸੋ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਿਹੜੇ ਹੈ ਗਵਰਨਮੈਂਟ ਦੇ ਪ੍ਰਿਸਕ੍ਰਾਈਬਡ ਚਾਰजेस ਨੂੰ ਟੋਟਲੀ ਫੋਲੋ ਕਰਦੇ ਹਾਂ। ਜੋ ਗਵਰਨਮੈਂਟ ਆਫ ਪੰਜਾਬ ਨੇ ਕੋਵਿਡ ਦੇ ਲੈਵਲ 1, ਲੈਵਲ 2, ਲੈਵਲ 3 ਜਿਹੜੇ ਚਾਰजेस ਫਿਕਸ ਕੀਤੇ ਹੈ, NHS ਹਸਪੀਟਲ ਟੋਟਲੀ ਉਸ ਨੂੰ ਫੋਲੋ ਕਰਦਾ ਹੈ। ਉਸ ਤੋਂ ਇਲਾਵਾ ਜਿਹੜੀ ਕਿ ਸਰਵਿਸ ਹੈ ਸਾਡੀ, ਅਸੀਂ ਪ੍ਰਾਊਡਲੀ ਇਸ ਗੱਲ ਨੂੰ ਕਹਿ ਸਕਦੇ ਹਾਂ ਕਿ ਜਿਹੜੀ ਸਰਵਿਸ ਅਸੀਂ ਪ੍ਰੋਵਾਈਡ ਕਰਦੇ ਹਾਂ ਉਹ ਬਿਲਕੁਲ ਘਰ ਵਕਨ ਸਰਵਿਸ ਪ੍ਰੋਵਾਈਡ ਕਰਦੇ ਹਾਂ। 6 ਤੋਂ 8 ਰੋਜ਼ ਦੇ ਡਾਕਟਰਸ ਦੇ ਰਾਉਂਡ ਹੁੰਦੇ ਹੈ, ਨਰਸਿੰਗ ਸਟਾਫ ਡੈਡੀਕੇਟਿਡ ਹੈਗਾ, ਹਾਊਸਕੀਪਿੰਗ ਸਟਾਫ ਹੈ, ਡੈਡੀਕੇਟਿਡ ਕਿਚਨ ਹੈਗੀ ਹੈ, ਡੈਡੀਕੇਟਿਡ ਐਕਸ-ਰੇ ਮਸ਼ੀਨ ਔਰ ਲੈਬੋਰੇਟਰੀ, ਕੋਵਿਡ ਯੂਨਿਟ ਵਾਸਤੇ ਸਭ ਕੁਝ ਵੱਖਰਾ ਇੱਥੇ ਅਵੇਲੇਬਲ ਹੈਗਾ। ਇਸ ਕਰਕੇ ਪੇਸ਼ੈਂਟ ਨੂੰ ਜਿਹੜਾ ਹੈਗਾ ਕਿ ਕਿਸੇ ਵੀ ਤਰ੍ਹਾਂ ਦੀ ਡਿਸਕੰਫਰਟ ਜਿਹੜੀ ਹੈ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਿਲਕੁਲ ਨਾ ਆਵੇ। ਔਰ ਸਪੈਸ਼ਲੀ ਜਿਹੜੇ ਬਾਹਰੋਂ ਪੇਸ਼ੈਂਟਸ ਆਉਂਦੇ ਆ ਉਹ ਸਾਨੂੰ ਇਹ ਫੀਡਬੈਕ ਦੇ ਕੇ ਜਾ ਰਹੇ ਹੈ ਕਿ ਜੀ ਇਹ ਤੁਹਾਡਾ ਕਿਸੇ ਵੀ ਵੱਡੇ ਹਸਪੀਟਲ ਨਾਲ ਤੁਹਾਨੂੰ ਅਸੀਂ ਕੰਪੇਅਰ ਕਰ ਸਕਦੇ ਹਾਂ, ਔਰ ਬਹੁਤ ਹੀ ਅੱਛੀ ਸਰਵਿਸ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਐਨਕਰੇਜ ਕਰਦੀ ਹੈ ਕਿ ਲੋਕੀ ਇੱਥੇ ਆ ਕੇ ਐਡਮਿਟ ਹੋਣ। ਦੂਸਰੀ ਗੱਲ ਹੈ ਕਿ ਜਿਹੜੇ ਸਾਡੇ ਇੱਥੋਂ NHS ਹਸਪੀਟਲ ਜਿਹੜਾ ਹੈ ਜਲੰਧਰ ਦਾ ਪਹਿਲਾ ਕੋਵਿਡ ਯੂਨਿਟ ਸੀਗਾ, ਐਂਡ ਮੋਰ ਦੈਨ 1500 ਤੋਂ ਜ਼ਿਆਦਾ ਪੇਸ਼ੈਂਟਸ ਅਸੀਂ ਹਜੇ ਤੱਕ ਇੱਥੋਂ ਠੀਕ ਹੋ ਕੇ, ਰੱਬ ਦੀ ਮਿਹਰ ਦੇ ਨਾਲ ਇੱਥੋਂ ਠੀਕ ਹੋ ਕੇ ਘਰ ਜਾ ਚੁੱਕੇ ਹੈ। ਔਰ ਉਹ ਇੱਕ ਤੋਂ ਇੱਕ ਚੇਨ ਬਣਦੀ ਹੈ। ਬਿਲਕੁਲ ਤਾਂ ਸੁਰਿੰਦਰ, ਵੱਡੀ ਗਿਣਤੀ ਦੇ ਵਿੱਚ ਜਿਹੜੇ ਮਰੀਜ਼ ਨੇ ਉਹ ਠੀਕ ਹੋ ਰਹੇ ਨੇ ਔਰ ਸਾਰੇ ਪ੍ਰਬੰਧ ਵੀ ਜਲੰਧਰ ਦੇ ਵਿੱਚ ਸਾਰੇ ਹਸਪਤਾਲਾਂ ਦੇ ਵਿੱਚ ਕੀਤੇ ਹੋਏ ਨੇ, ਔਰ ਇਹੀ ਇੱਕ ਵਜ੍ਹਾ ਕਿ ਲੋਕ ਜਲੰਧਰ ਦਾ ਰੁੱਖ ਕਰ ਰਹੇ ਨੇ। ਔਰ ਇੱਕ ਵੱਡੀ ਉਮੀਦ ਬਣ ਕੇ ਇਸ ਕਰੋਨਾ ਕਾਲ ਦੇ ਵਿੱਚ ਜਲੰਧਰ ਇਸ ਵੇਲੇ ਮਰੀਜ਼ਾਂ ਲਈ ਬਣਿਆ ਹੋਇਆ। ਦਿੱਲੀ, ਰਾਜਸਥਾਨ, UP, ਹਰਿਆਣਾ ਤੋਂ ਵੱਡੀ ਗਿਣਤੀ ਦੇ ਵਿੱਚ ਮਰੀਜ਼ ਇੱਥੇ ਆ ਰਹੇ ਨੇ। ਫਿਲਹਾਲ ਦੇ ਲਈ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ ਇੱਥੇ ਵੇਲਾ ਚੱਲਿਆ ਕਿ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਖਬਰਾਂ ਜਾਰੀ ਨੇ, ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।
India's largest news network, News 18 Network.